मैं तेरे बिन रह नहीं सकता मां, मैनू तेरी आदत पै गई है। मैं तेरे बिन रह नहीं सकता मां, मैनू तेरी आदत पै गई है। मैं तेरे बिन रह नहीं सकता मां, मैनू तेरी आदत पै गई है। जुदाइयां से नहीं सकता मां, मैनू तेरी आदत पै गई है। मैं तेरे बिन रह नहीं सकता मां, मैनू तेरी आदत पै गई है। मैं तेरे बिन रह नहीं सकता मां, मैनू तेरी आदत पै गई है। तू सारे जग दी मां है, मैनू मेरी मां ने दस्या सी। मैनू मेरी मां ने दस्या सी, मैनू मेरी मां ने दस्या सी। तू सारे जग दी मां है, मैनू मेरी मां ने दस्या सी। मैनू मेरी मां ने दस्या सी, मैनू मेरी मां ने दस्या सी। बच्चियां लई ठंडी छाए, मैनू मेरी मां ने दस्या सी। मैनू मेरी मां ने दस्या सी, मैनू मेरी मां ने दस्या सी। ਜਾਗਰਣ ਕਿੱਥੇ ਆ? ਰੁੜਕੀ ਪਿੰਡ ਵਿੱਚ ਜਾਗਰਣ ਆ। ਰੜਕੇ ਪਿੰਡ ਵਿੱਚ ਆ? ਹਾਂ, ਮੈਂ ਤੈਨੂੰ ਸੁਣਾਉਂਦਾ ਆ ਇਸ ਮਾਤਾ ਰਾਣੀ ਮੰਦਿਰ ਦਾ ਇਤਿਹਾਸ। ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਰੁੜਕਾ ਕਲਾਂ ਤੋਂ ਮਹਾਮਾਈ ਦੇ ਭਗਤ ਮਾਂ ਛਿਨਮਸਤਕਾ ਦੇ ਦਰਸ਼ਨ ਕਰਨ ਲਈ ਮਾਂ ਚਿੰਤਪੁਰਨੀ ਵਿਖੇ ਜਾਇਆ ਕਰਦੇ ਸਨ। ਇੱਕ ਵੇਰ ਉਹਨਾਂ ਨੇ ਸੋਚਿਆ ਕਿ ਸਾਡੇ ਪਿੰਡ ਦੇ ਅਤੇ ਇਲਾਕੇ ਦੇ ਬੱਚੇ, ਮਾਤਾਵਾਂ ਅਤੇ ਬਜ਼ੁਰਗ ਜਾਂ ਬਿਮਾਰ ਵਿਅਕਤੀ ਮਹਾਮਾਈ ਦੇ ਦਰਸ਼ਨ ਕਰਨ ਲਈ ਚਿੰਤਪੁਰਨੀ ਵਿਖੇ ਨਹੀਂ ਪਹੁੰਚ ਸਕਦੇ। ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ। ਉਹ ਨੰਗੇ ਨੰਗੇ ਪੈਰੀਂ ਹਰ ਸਾਲ ਦੀ ਤਰ੍ਹਾਂ ਸ਼ਰਧਾ ਪੂਰਵਕ ਮਹਾਮਾਈ ਦੇ ਦਰਬਾਰ ਤੇ ਪਹੁੰਚੇ। ਉਹਨਾਂ ਨੇ ਪੁਜਾਰੀ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਕਿਰਪਾ ਕਰੋ ਤੇ ਇੱਕ ਸਰੂਪ ਮਹਾਮਾਈ ਦਾ ਸਾਡੇ ਪਿੰਡ ਲਈ ਵੀ ਦਿਓ। ਪੁਜਾਰੀ ਜੀ हैरान हो गए कि ये किहो जही मंग है जिहड़ी मैं पूरन नहीं कर सकदा। उन्होंने
ਕੁਝ ਸੋਚਣ ਉਪਰੰਤ ਕਿਹਾ ਕਿ ਸਾਡੇ ਕੋਲ ਚਿੰਤਪੁਰਨੀ ਵਿਖੇ ਮਹਾਮਾਈ ਦਾ ਇੱਕੋ ਇੱਕ ਸਰੂਪ ਹੈ। ਜੇ ਅਸੀਂ ਇਹ ਤੁਹਾਨੂੰ ਦੇ ਦੇਵਾਂਗੇ ਤੇ ਜਿਹੜੇ ਭਗਤ ਜਨ ਇੱਥੇ ਮਹਾਮਾਈ ਦੇ ਦਰਸ਼ਨ ਕਰਨ ਆਉਂਦੇ ਨੇ ਉਹ ਕਿਵੇਂ ਮਹਾਮਾਈ ਦੇ ਦਰਸ਼ਨ ਕਰਨਗੇ? ਚੰਗਾ ਹੋਵੇ ਜੇ ਤੁਸੀਂ ਆਪਣੀ ਬੇਨਤੀ ਮਹਾਮਾਈ ਦੇ ਦਰਬਾਰ ਤੇ ਆਪ ਹੀ ਕਰੋ, ਮਹਾਮਾਈ ਮਿਹਰ ਕਰੇਗੀ। ਉਹਨਾਂ ਭਗਤਾਂ ਨੇ ਉਸੇ ਵੇਲੇ ਮਹਾਮਾਈ ਦਾ ਗੁਣਗਾਨ ਕਰਨਾ ਸ਼ੁਰੂ ਕਰ ਦਿੱਤਾ। ਓ ਮਾਏ ਨੀ ਮਨ ਮੇਰਾ ਮੰਦਰ ਤੇਰਾ ਜੀ ਦੇ ਵਿੱਚ ਮਾਏ ਨੀ ਮਨ ਮੇਰਾ ਮੰਦਰ ਤੇਰਾ ਦੇ ਵਿੱਚ ਜੋਤ ਜਗਾਈ ਮਾਏ ਨੀ ਮਨ ਮੇਰਾ ਮੰਦਰ ਤੇਰਾ ਜੀ ਦੇ ਵਿੱਚ ਜੋਤ ਜਗਾਈ ਮਾਏ ਨੀ ਮਨ ਮੇਰਾ ਮੰਦਰ ਤੇਰਾ ਜੀ ਦੇ ਵਿੱਚ ਜੋਤ ਜਗਾਈ ਗੁਣਗਾਨ ਕਰਦਿਆਂ ਜਦ ਕਾਫੀ ਸਮਾਂ ਬੀਤ ਗਿਆ ਤਾਂ ਜਿਹੜੇ ਭਗਤ ਜਨ ਉੱਥੇ ਮੌਜੂਦ ਸਨ ਉਹਨਾਂ ਵਿੱਚੋਂ ਇੱਕ ਕੰਜਕ ਖੇਡਣ ਲੱਗੀ। ਖੇਡਦਿਆਂ ਖੇਡਦਿਆਂ ਉਸਨੇ ਭਗਤ ਜਨਾਂ ਨੂੰ ਪੁੱਛਿਆ ਕਿ ਤੁਹਾਡੀ ਕੀ ਇੱਛਾ ਹੈ, ਤੁਸੀਂ ਕਿਉਂ ਇੰਨਾ ਗੁਣਗਾਨ ਕਰ ਰਹੇ ਹੋ? ਭਗਤ ਜਨ ਉਸੇ ਵੇਲੇ ਮਹਾਮਾਈ ਅੱਗੇ ਝੁਕ ਗਏ। ਉਹਨਾਂ ਨੇ ਬੇਨਤੀ ਕੀਤੀ ਕਿ ਅਸੀਂ ਮਹਾਮਾਈ ਦਾ ਸਰੂਪ ਆਪਣੇ ਪਿੰਡ ਲੈ ਕੇ ਜਾਣਾ ਚਾਹੁੰਦੇ ਹਾਂ, ਰੁੜਕਾ ਵਿਖੇ। ਤੁਸੀਂ ਆਪਣਾ ਇੱਕ ਸਰੂਪ ਸਾਡੇ ਪਿੰਡ ਲਈ ਦੇ ਦਿਓ। ਮਹਾਮਾਈ ਨੇ ਉਸੇ ਵੇਲੇ ਤਥਾਸਤੂ ਕਿਹਾ। ਭਗਤ ਜਨ ਜਿਹੜੇ ਪਾਲਕੀ ਲੈ ਕੇ ਗਏ ਸਨ ਆਪਣੇ ਪਿੰਡੋਂ, ਉਹ ਪਾਲਕੀ ਅੱਗੇ ਕੀਤੀ ਤਾਂ ਕੰਜਕ ਦੇ ਰੂਪ ਵਿੱਚ ਮਹਾਮਾਈ ਨੇ ਪੁਜਾਰੀ ਜੀ ਨੂੰ ਕਿਹਾ ਕਿ ਮਹਾਮਾਈ ਦਾ ਇੱਕ ਸਰੂਪ ਇਸੇ ਮੰਦਰ ਵਿੱਚ ਮੌਜੂਦ ਹੈ, ਤੁਸੀਂ ਉਹ ਸਰੂਪ ਇਹਨਾਂ ਭਗਤ ਜਨਾਂ ਨੂੰ ਦੇ ਦਿਓ, ਇਹਨਾਂ ਦੀ ਵੀ ਸ਼ਰਧਾ ਪੂਰੀ ਹੋ ਜਾਏਗੀ। ਪੁਜਾਰੀ ਜੀ ਨੇ ਉਸੇ ਵੇਲੇ ਉਸ ਪਿੰਡੀ ਨੂੰ ਇਸ਼ਨਾਨ ਕਰਵਾਇਆ ਤੇ ਸ਼ਰਧਾ ਪੂਰਵਕ ਉਸ ਪਾਲਕੀ ਦੇ ਵਿੱਚ ਮਹਾਮਾਈ ਦੇ ਸਰੂਪ ਨੂੰ ਬਿਰਾਜਮਾਨ ਕੀਤਾ। ਭਗਤ ਜਨ ਬੜੇ ਚਾਅ ਨਾਲ, ਬੜੇ ਉਤਸ਼ਾਹ ਨਾਲ, ਬੜੀ ਹੀ ਸ਼ਰਧਾ ਨਾਲ ਚਿੰਤਪੁਰਨੀ ਤੋਂ ਆਪਣੇ ਪਿੰਡ ਵੱਲ ਚੱਲ ਪਏ। ਰਸਤੇ ਵਿੱਚ ਉਹਨਾਂ ਨੂੰ ਕੰਡੇ ਵੀ ਚੁੱਭਦੇ, ਉਹਨਾਂ ਦੇ ਪੈਰਾਂ ਨੂੰ ਠੋਕਰਾਂ ਵੀ ਵੱਜਦੀਆਂ, ਪਰ ਉਹਨਾਂ ਨੇ ਮਹਾਮਾਈ ਦਾ ਗੁਣਗਾਨ ਆਪਣੇ ਅੰਦਰ ਹੀ ਅੰਦਰ ਜਾਰੀ ਰੱਖਿਆ। ਤੇ ਅੱਗੇ ਵਧਦੇ ਗਏ। ਕਿਉਂਕਿ ਯਾਤਰਾ ਪੈਦਲ ਸੀ, ਸਮਾਂ ਜ਼ਿਆਦਾ ਲੱਗਦਾ, ਇਸ ਕਰਕੇ ਉਹ ਰਸਤੇ ਵਿੱਚ ਪੜਾਅ ਪਾਉਂਦੇ। ਜਿੱਥੇ ਵੀ ਰੁਕਦੇ ਉੱਥੇ ਜੇ ਕੁਝ ਖਾਂਦੇ ਤਾਂ ਪਹਿਲਾਂ ਮਹਾਮਾਈ ਨੂੰ ਭੋਗ ਲਗਾਉਂਦੇ, ਫਿਰ ਉਹ ਚੀਜ਼ ਆਪ ਗ੍ਰਹਿਣ ਕਰਦੇ, ਫਿਰ ਪਾਲਕੀ ਨੂੰ ਉਠਾਉਂਦੇ, ਅੱਗੇ ਵਧਦੇ, ਫਿਰ ਪੜਾਅ ਕਰਦੇ, ਕੁਝ ਖਾਂਦੇ ਜਾਂ ਪੀਂਦੇ, ਪਹਿਲਾਂ ਮਹਾਮਾਈ ਨੂੰ ਭੋਗ ਲਗਾਉਂਦੇ।
ਫਿਰ ਅੱਗੇ ਪ੍ਰਸਥਾਨ ਕਰਦੇ। ਇਸੇ ਤਰ੍ਹਾਂ ਚਲਦੇ ਚਲਦੇ ਉਹ ਪਿੰਡ ਰੁੜਕੀ ਵਿਖੇ ਆ ਗਏ। ਭਗਤ ਜਨਾਂ ਨੇ ਸਲਾਹ ਕੀਤੀ ਕਿ ਹੁਣ ਤੇ ਆਪਣਾ ਪਿੰਡ ਬਹੁਤ ਨਜ਼ਦੀਕ ਆ ਗਿਆ ਹੈ। ਉਹ ਸਾਹਮਣੇ ਬੋਹੜ ਦਾ ਦਰਖਤ ਹੈ, ਕਿੰਨੀ ਠੰਡੀ ਮਿੱਠੀ ਛਾਂ। ਆਓ ਆਪਾਂ ਮਹਾਮਾਈ ਨੂੰ ਉੱਥੇ ਆਸਣ ਕਰਵਾਈਏ। ਉੱਥੇ ਇਸ਼ਨਾਨ ਕੀਤਾ, ਕੱਪੜੇ ਬਦਲੇ ਤੇ ਫਿਰ ਮਹਾਮਾਈ ਨੂੰ ਬੇਨਤੀ ਕੀਤੀ ਕਿ ਆਓ ਆਪਾਂ ਆਪਣੇ ਪਿੰਡ ਰੁੜਕੀ ਤੋਂ ਰੁੜਕਾ ਲਈ ਪ੍ਰਸਥਾਨ ਕਰੀਏ। ਪਰ ਉਹਨਾਂ ਦੀ ਇਹ ਬੇਨਤੀ ਕਬੂਲ ਨਾ ਹੋਈ। ਜਦੋਂ ਹੀ ਭਗਤ ਜਨਾਂ ਨੇ ਮਹਾਮਾਈ ਦੇ ਸਰੂਪ ਵਾਲੀ ਪਾਲਕੀ ਨੂੰ ਉਠਾਉਣਾ ਚਾਹਿਆ ਤਾਂ ਉਹਨਾਂ ਤੋਂ ਉਹੀ ਪਾਲਕੀ ਜਿਸ ਨੂੰ ਹਰ ਪੜਾਅ ਤੇ ਰੱਖਦੇ ਸਨ ਫਿਰ ਚੁੱਕਦੇ ਸਨ, ਉਹ ਪਾਲਕੀ ਉਹਨਾਂ ਤੋਂ ਚੁੱਕੀ ਨਾ ਗਈ। ਬੜੇ ਹੈਰਾਨ ਹੋਏ ਕਿ ਇਹ ਮਹਾਮਾਈ ਦਾ ਕੀ ਕੌਤਕ ਹੈ। ਜਦੋਂ ਕੋਈ ਵਾਹ ਪੇਸ਼ ਨਾ ਗਈ ਤਾਂ ਉਹਨਾਂ ਨੇ ਉੱਥੇ ਹੀ ਮਹਾਮਾਈ ਦਾ ਗੁਣਗਾਨ ਕਰਨਾ ਸ਼ੁਰੂ ਕਰ ਦਿੱਤਾ। ਗੁਣਗਾਨ ਕਰਦਿਆਂ ਕਰਦਿਆਂ ਪਿੰਡ ਦੇ ਲੋਕ, ਰਾਹਗੀਰ ਤੇ ਲਾਗਲੇ ਪਿੰਡਾਂ ਤੋਂ ਆਏ ਲੋਕ ਉੱਥੇ ਗੁਣਗਾਨ ਵਿੱਚ ਸ਼ਾਮਲ ਹੋ ਗਏ। ਮਹਾਮਾਈ ਦਾ ਗੁਣਗਾਨ ਕਰਦੇ ਰਹੇ। ਭਗਤ ਜਨਾਂ ਵਿੱਚੋਂ ਇੱਕ ਲੜਕੀ ਨੇ ਖੇਡਣਾ ਸ਼ੁਰੂ ਕਰ ਦਿੱਤਾ। ਉਸ ਕੰਜਕ ਨੇ ਪੁੱਛਿਆ, ਭਗਤੋ ਜੋ ਤੁਸੀਂ ਮੰਗਿਆ ਸੀ ਉਹ ਤੇ ਤੁਹਾਨੂੰ ਦੇ ਦਿੱਤਾ, ਹੁਣ ਤੁਹਾਡੀ ਕੀ ਨਵੀਂ ਮੰਗ ਹੈ? ਭਗਤਾਂ ਨੇ ਕਿਹਾ, ਤੁਸੀਂ ਸਭ ਜਾਣੀ ਜਾਣੋ, ਅਸੀਂ ਬੇਨਤੀ ਕੀਤੀ ਸੀ ਤੁਹਾਨੂੰ, ਤੁਸੀਂ ਉਹ ਪੂਰੀ ਕੀਤੀ, ਪਰ ਹੁਣ ਤੁਸੀਂ ਸਾਡੇ ਪਿੰਡ ਵੱਲ ਪ੍ਰਸਥਾਨ ਕਿਉਂ ਨਹੀਂ ਕਰਦੇ? ਭਗਤੋ ਤੁਸੀਂ ਪਹਿਲਾਂ ਰੁੜਕੀ ਦਾ ਨਾਂ ਲਿਆ ਸੀ, ਰੁੜਕੇ ਦਾ ਨਾਂ ਬਾਅਦ ਵਿੱਚ ਲਿਆ ਸੀ। ਹੁਣ ਮੈਂ ਪਿੰਡੀ ਰੂਪ ਵਿੱਚ ਪਿੰਡ ਰੁੜਕੀ ਨਜ਼ਦੀਕ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਆ ਗਈ ਹਾਂ ਤੇ ਮੈਂ ਇਸੇ ਹੀ ਸਥਾਨ ਤੇ ਬਿਰਾਜਮਾਨ ਹੋਵਾਂਗੀ। ਤੁਸੀਂ ਰੁੜਕੇ ਤੋਂ ਚੱਲ ਕੇ ਰੁੜਕੀ ਆਇਆ ਕਰੋ, ਤੁਹਾਡੀ ਹਰ ਮਨੋਕਾਮਨਾ ਪੂਰੀ ਹੋਵੇਗੀ। ਸੋ ਉਦੋਂ ਤੋਂ ਲੈ ਕੇ ਅੱਜ ਤੱਕ ਜਿਸ ਤਰ੍ਹਾਂ ਸਾਵਣ ਮਹੀਨੇ ਅਸ਼ਟਮੀ ਨੂੰ ਚਿੰਤਪੁਰਨੀ ਵਿਖੇ ਮੇਲਾ ਲੱਗਦਾ ਹੈ, ਉਸੇ ਤਰ੍ਹਾਂ ਹੀ ਪਿੰਡ ਰੁੜਕੀ ਵਿਖੇ ਮੇਲਾ ਲੱਗਦਾ ਹੈ। ਜਿੰਨੇ ਵੀ ਭਗਤ ਜਨ ਕਿਸੇ ਕਾਰਨਵਸ਼ ਚਿੰਤਪੁਰਨੀ ਨਹੀਂ ਜਾ ਸਕਦੇ, ਉਹ ਸਾਉਣ ਮਹੀਨੇ ਦੀ ਅਸ਼ਟਮੀ ਨੂੰ ਇਸ ਸਥਾਨ ਤੇ ਆ ਕੇ ਜਿਨ੍ਹਾਂ ਦੀਆਂ ਮਨੋਕਾਮਨਾ ਪੂਰਨ ਹੁੰਦੀਆਂ ਹਨ, ਉਹ ਭਗਤ ਜਨ ਬਾਜਿਆਂ ਢੋਲਾਂ ਦੇ ਨਾਲ ਝੰਡੇ ਮਾਂ ਦੇ ਦਰਬਾਰ ਉੱਤੇ ਚੜਾਉਂਦੇ ਹਨ। ਪ੍ਰਾਚੀਨ ਮਾਤਾ ਰਾਣੀ ਮੰਦਰ ਰੁੜਕੀ ਵਿਖੇ ਮਾਤਾ ਦਾ ਭੰਡਾਰਾ ਅਤੁੱਟ ਚੱਲਦਾ ਹੈ। ਕੋਈ ਵੀ ਭਗਤ ਜਨ ਜਿਹੜੇ ਬਿਮਾਰੀ, ਆਰਥਿਕ ਤੰਗੀ ਜਾਂ ਕਿਸੇ ਵੀ ਕਾਰਨਵਸ਼ ਉਹਨਾਂ ਤੋਂ ਮਾਤਾ ਚਿੰਤਪੁਰਨੀ ਦੇ ਦਰਬਾਰ ਤੇ ਨਹੀਂ ਜਾਇਆ ਜਾਂਦਾ, ਉਹ ਜਦੋਂ ਮਰਜੀ ਮਾਤਾ ਰਾਣੀ ਮੰਦਰ ਰੁੜਕੀ ਨਜ਼ਦੀਕ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਆ ਕੇ ਮਾਤਾ ਦੇ ਦਰਸ਼ਨ ਕਰਦੇ ਹਨ, ਮਹਾਮਾਈ ਦੇ ਦਰਬਾਰ ਤੇ ਹਾਜ਼ਰੀਆਂ ਭਰਦੇ ਹਨ ਅਤੇ ਮੂੰਹੋਂ ਮੰਗੀਆਂ ਮੁਰਾਦਾਂ ਪਾਉਂਦੇ ਹਨ। ਜੈ ਮਾਤਾ ਦੀ।